ਸਾਹਿਬ ਜੀਓ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜੇ ਸੋ ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸਤਿਗੁਰ ਵਿਟੋਂ ਵਾਰਿਆ, ਜਿਤ ਮਿਲਿਆ ਖਸਮ ਸੰਭਾਲਿਆ। ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ, ਏਨੀ ਨੇਤਰੀ ਜਗਤ ਨਿਹਾਲਿਆ। ਖਸਮ ਛੋੜ ਦੂਜੈ ਲੱਗੇ, ਡੁੱਬੇ ਸੇਵਨ ਜਾਰਿਆ। ਸਤਿਗੁਰੂ ਹੈ ਬੋਹਿਥਾ, ਵਿਰਲੇ ਕਿਨੈ ਵਿਚਾਰਿਆ। ਕਰ ਕਿਰਪਾ ਪਾਰ ਉਤਾਰਿਆ। ਸਤਿਗੁਰੂ ਹੈ ਬੋਹਿਥਾ, ਵਿਰਲੇ ਕਿਨੈ ਵਿਚਾਰਿਆ। ਕਰ ਕਿਰਪਾ ਪਾਰ ਉਤਾਰਿਆ। ਸਤਿਨਾਮ। ਧੰਨ ਵਾਹਿਗੁਰੂ ਸਾਹਿਬ ਜੀਓ।
महला तीजा। जिन उपाई मेदनी सोई सार करे। एको सिमरो भाई रहो तिस बिन अवर ना कोय। जिन उपाई मेदनी सोई सार करे। एको सिमरो भाई रहो तिस बिन अवर ना कोय। खाना शब्द चंगियाइयां जित खादै सदा तृप्त होय। पहनन सिफत सुनाए है सदा सदा ओह उजला मैला कदे ना होए। सहजे सच धन खटिया थोड़ा कदे ना होए। देही नौ शब्द शिंगार है जित सदा सदा सुख होए। नानक गुरमुख बूझिए जिसनो आप विखाले सोए। देही नौ शब्द शिंगार है जित सदा सदा सुख होए। नानक गुरमुख बूझिए जिसनो आप विखाले सोए। वाहिगुरु जी का खालसा वाहिगुरु जी की फतेह। परम सन्मानयोग जुगो हो जुग अटल रहमतां दे सागर सदीवी काल वास्ते रहन वाले सतगुरु शब्द गुरु धन धन श्री गुरु ग्रंथ साहिब सच्चे पातशाह जी दे सजे हुए गुरु के अमृत वेले दे दरबार दियां हाजरियां पर रहे। गुरु प्यार वाले सत संगी जनों सतगुरां दी अपार कृपा हुई है तां जो सानू सबना नू रल मिल गुरु दरबार दियां हाजरियां पर अपने सतगुरु जी दे पावन पवित्र मुक्तिदायक अमृत बचन
ਸ਼ਰਵਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਜਿੱਥੇ ਆਪ ਗੁਰੂ ਸਵਾਰਿਆਂ ਪਾਸੋਂ ਗੁਰੂ ਕੇ ਅੰਮ੍ਰਿਤ ਬਚਨ ਕੀਰਤਨ ਰੂਪ ਦੇ ਰਾਹੀਂ ਸ਼ਰਵਨ ਕਰ ਰਹੇ ਸੀ, ਉੱਥੇ ਹੀ ਇਸ ਪਾਵਨ ਪਵਿੱਤਰ ਗੁਰੂ ਅਸਥਾਨ ਤੇ ਚੱਲ ਰਹੀ ਸਤਿਗੁਰੂ ਕੀ ਅੰਮ੍ਰਿਤ ਗੁਰਬਾਣੀ ਦੀ ਲੜੀਵਾਰ ਵਿਚਾਰ ਔਰ ਵਿਚਾਰ ਅਧੀਨ ਬਜ਼ੁਰਗ ਬਾਪੂ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਤਿਨਾਂ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਮਾਰੂ ਰਾਗ ਦੀ ਵਾਰ ਔਰ ਇਸ ਵਾਰ ਦੀ 17 ਨੰਬਰ ਪੌੜੀ ਦੇ ਨਾਲ ਲੱਗਦੇ ਦੂਸਰੇ ਸ਼ਲੋਕ ਜੋ ਵਿਚਾਰ ਅਧੀਨ ਹੈ, ਪਾਠ ਰੂਪ ਰਾਹੀਂ ਸ਼ਰਵਣ ਕੀਤਾ ਹੈ। ਸਤਿਗੁਰਾਂ ਨੇ ਅੱਜ ਦੇ ਵਿਚਾਰ ਅਧੀਨ ਇਸ ਅੰਮ੍ਰਿਤ ਬਚਨ ਦੇ ਰਾਹੀਂ ਸਾਨੂੰ ਜੋ ਉਪਦੇਸ਼ ਬਖਸ਼ਿਸ਼ ਕੀਤਾ ਹੈ, ਉਸ ਦਾ ਸੰਖੇਪ ਭਾਵ ਸਾਡੇ ਸਭਨਾਂ ਲਈ ਜਾਣ ਲੈਣਾ ਅਤੀ ਜ਼ਰੂਰੀ ਹੈ, ਤਾਂ ਜੋ ਸਾਨੂੰ ਗੁਰੂ ਕੇ ਬਚਨਾਂ ਦੀ ਵਿਚਾਰ ਕਰਦਿਆਂ ਇਹ ਸੁਖੈਨ ਸਮਝ ਪੈ ਸਕੇ ਕਿ ਅੱਜ ਦਾ ਗੁਰੂ ਜੀ ਦਾ ਉਪਦੇਸ਼ ਮੇਰੇ ਲਈ ਕੀ ਹੈ। ਹਜ਼ੂਰ ਨੇ ਬਖਸ਼ਿਸ਼ ਕੀਤੀ। ਸਾਹਿਬ ਕਹਿਣ ਲੱਗੇ, ਮੇਰੇ ਮਾਲਕ ਪਰਮਾਤਮਾ ਜਿਸ ਪ੍ਰਭੂ ਨੇ ਆ ਸ੍ਰਿਸ਼ਟੀ ਪੈਦਾ ਕੀਤੀ ਹੈ, ਤੇ ਹਜ਼ੂਰ ਬਖਸ਼ਿਸ਼ ਕਰ ਰਹੇ ਨੇ ਪੈਦਾ ਕਰਕੇ ਇਸ ਸ੍ਰਿਸ਼ਟੀ ਨੂੰ, ਇਸ ਸ੍ਰਿਸ਼ਟੀ ਦੇ ਜੀਵਾਂ ਨੂੰ ਉਹਨਾਂ ਦੀ ਸੰਭਾਲ ਵੀ ਮਾਲਕ ਪਰਮਾਤਮਾ ਆਪ ਕਰ ਰਿਹਾ ਹੈ। ਨਾਲ ਹੀ ਹਜ਼ੂਰ ਕਹਿੰਦੇ ਨੇ, ਏਕੋ ਸਿਮਰੋ ਭਾਈ ਰੋ। ਹੇ ਮੇਰੇ ਭਰਾਵੋ, ਜਿਸ ਇੱਕ ਮਾਲਕ ਪਰਮਾਤਮਾ ਨੇ ਆ ਸ੍ਰਿਸ਼ਟੀ ਪੈਦਾ ਕੀਤੀ ਹੈ, ਪੈਦਾ ਕਰਕੇ ਸੰਭਾਲ ਰਹੇ ਨੇ ਮਾਲਕ, ਉਸ ਇੱਕ ਮਾਲਕ ਪਰਮਾਤਮਾ ਪ੍ਰਭੂ ਨੂੰ ਹੇ ਭਾਈ ਜਨੋ ਸਿਮਰਿਏ। ਔਰ ਨਾਲ ਹੀ ਬਚਨ ਬਖਸ਼ਿਸ਼ ਕੀਤੋ ਨੇ, ਤਿਸ ਬਿਨ ਅਵਰ ਨਾ ਕੋਏ। ਸਾਡੇ ਦਿਲੋਂ ਦਿਮਾਗ ਚੋਂ ਭਰਮ ਕੱਢ ਦਿੱਤਾ ਹੈ। ਇੱਕ ਹੀ ਮਾਲਕ ਪਰਮਾਤਮਾ, ਜਿਸ ਮਾਲਕ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ, ਸੰਭਾਲ ਕਰ ਰਹੇ ਨੇ। ਆਓ ਹੇ ਭਰਾਵੋ, ਉਸ ਮਾਲਕ ਪਰਮਾਤਮਾ ਨੂੰ ਸਿਮਰੀਏ ਤੇ ਨਾਲ ਉਹਦੇ ਵਰਗਾ ਹੋਰ ਕੋਈ ਦੂਜਾ ਨਹੀਂ ਹੈ। ਬਚਨ ਤਿਸ ਬਿਨ ਅਵਰ ਨਾ ਕੋਏ, ਉਹਦੇ ਤੋਂ ਬਿਨਾ ਹੋਰ ਕੋਈ ਦੂਜਾ ਨਹੀਂ ਹੈ।
ਫਿਰ ਨਾਲ ਹੀ ਇਸ ਪਾਵਨ ਪਵਿੱਤਰ ਸ਼ਲੋਕ ਵਿੱਚ ਹਜ਼ੂਰ ਬਖਸ਼ਿਸ਼ ਕਰ ਰਹੇ ਨੇ, ਹੇ ਭਾਈ ਜਨੋ, ਗੁਰੂ ਦੇ ਸ਼ਬਦ ਨੂੰ, ਗੁਰੂ ਦੇ ਉਪਦੇਸ਼ ਨੂੰ ਆਪਣੀ ਆਤਮਾ ਦੇ ਲਈ, ਆਤਮਾ ਦੀ ਤੰਦਰੁਸਤੀ ਲਈ ਖਾਣਾ ਭੋਜਨ ਬਣਾਈਏ। ਕਿਹਦਾ? ਗੁਰੂ ਦੇ ਸ਼ਬਦ ਦਾ। ਸਭ ਕਹਿੰਦੇ ਜਿਨ੍ਹਾਂ ਨੇ ਗੁਰੂ ਸ਼ਬਦ ਦਾ ਭੋਜਨ ਛਕਿਆ, ਇਸ ਗੱਲ ਦੀ ਗਰੰਟੀ ਹੈ, ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਉਹ ਸਦਾ ਤ੍ਰਿਪਤ ਹੋ ਗਏ। ਹੇ ਭਾਈ, ਜਿਨ੍ਹਾਂ ਨੇ ਪ੍ਰਭੂ ਪਰਮਾਤਮਾ ਦੀ ਸਿਫਤ ਸਲਾਹ, ਉਹਦੀਆਂ ਵਡਿਆਈਆਂ ਰੂਪੀ ਪੁਸ਼ਾਕ ਪਹਿਨੀ ਹੈ ਆਪਣੀ ਆਤਮਾ ਲਈ, ਔਰ ਉਹ ਪੁਸ਼ਾਕ ਜਿਹੜੀ ਕਦੀ ਮੈਲੀ ਨਹੀਂ ਹੋਣ ਵਾਲੀ, ਉਹ ਪਰਮਾਤਮਾ ਪ੍ਰਭੂ ਦੇ ਨਾਮ ਧਨ ਨੂੰ ਉਹਨਾਂ ਇਕੱਤਰ ਕੀਤਾ ਤੇ ਇਸ ਸ਼ਲੋਕ ਦੇ ਅਖੀਰ ਵਿੱਚ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ ਦੇਹੀ ਨੋ ਸ਼ਬਦ ਸ਼ਿੰਗਾਰ ਹੈ। ਸਾਡੇ ਐਸ ਸਰੀਰ ਦਾ, ਆਤਮਾ ਦਾ ਸ਼ਿੰਗਾਰ ਗੁਰੂ ਦਾ ਸ਼ਬਦ ਗਹਿਣਾ ਹੈ। ਕਾਹਦੇ ਲਈ ਸ਼ਿੰਗਾਰ ਕੀਤਾ ਜਾਂਦਾ ਹੈ? ਮੈਂ ਚੰਗਾ ਲੱਗਾ। ਤੋ ਹਜ਼ੂਰ ਕਹਿੰਦੇ ਗੁਰੂ ਦੇ ਸ਼ਬਦ ਰੂਪੀ ਗਹਿਣੇ ਨੂੰ ਧਾਰਨ ਕਰੋ, ਗੁਰੂ ਦਾ ਸ਼ਬਦ ਗਹਿਣੇ ਦਾ ਸ਼ਿੰਗਾਰ ਬਣਾਓ। ਦੇਹੀ ਨੂੰ ਸ਼ਬਦ ਸ਼ਿੰਗਾਰ ਹੈ, ਜਿਤ ਸਦਾ ਸਦਾ ਸੁਖ ਹੋਏ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਤੂੰ ਸ਼ਬਦ ਦਾ ਸ਼ਿੰਗਾਰ ਕਰ, ਸਦਾ ਸੁਖੀ ਹੋਏਗਾ। ਨਾਨਕ ਗੁਰਮੁਖ ਬੂਝੀਐ, ਜਿਸ ਨੂੰ ਆਪ ਵਿਖਾਲੈ ਸੋਏ। ਹੇ ਨਾਨਕ, ਜਿਸ ਨੂੰ ਮਾਲਕ ਆਪ ਸੋਝੀ ਬਖਸ਼ਦਾ ਨਾ, ਪਰਮਾਤਮਾ ਉਸ ਜੀਵ ਨੂੰ ਆਪ ਗੁਰੂ ਦੇ ਸਮਕਸ਼, ਗੁਰੂ ਦੇ ਸਨਮੁਖ ਕਰ ਦਿੰਦੇ ਨੇ। ਤੋ ਆਓ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਪਾਵਨ ਪਵਿੱਤਰ ਗੁਰਬਾਣੀ ਸਾਨੂੰ ਇਸ ਸਮੁੱਚੀ ਕਾਇਨਾਤ ਕੁਦਰਤ ਦੇ ਕਰਤੇ ਨਾਲ ਜੋੜਦੀ ਹੈ। ਤਾਂ ਹੀ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਨੇ ਬਖਸ਼ਿਸ਼ ਭਰੇ ਅੱਜ ਬਚਨ ਕਹਿ, ਜਿਨ ਉਪਾਈ ਮੇਦਨੀ ਸੋਈ ਸਾਰ ਕਰੇ। ਸਾਰ ਦਾ ਅਰਥ ਹੁੰਦਾ ਹੈ ਸੰਭਾਲਣਾ, ਪੈਦਾ ਕਰਕੇ ਤੇ ਆਪਣੀ ਪੈਦਾ ਕੀਤੀ ਹੋਈ ਸ੍ਰਿਸ਼ਟੀ ਔਰ ਸ੍ਰਿਸ਼ਟੀ ਦੇ ਜੀਵਾਂ ਦੀ ਸੰਭਾਲ ਕਰਨੀ। ਇਹਦੇ ਮੁਤਲਕ ਅਕਸਰ ਜਦੋਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਗੁਰਬਾਣੀ ਸਾਨੂੰ ਇਸ ਬ੍ਰਹਿਮੰਡ ਦੇ ਰਚਨਹਾਰੇ ਪਰਮਾਤਮਾ ਪ੍ਰਭੂ ਦੇ ਮੁਤਲਕ ਸਾਡੀ ਸੁਰਤ, ਸਾਡਾ ਧਿਆਨ ਦਿਵਾਉਂਦੀ ਹੈ। ਜਿਵੇਂ ਅੱਜ ਦੇ ਵਿਚਾਰ ਅਧੀਨ ਬਚਨ ਵਿੱਚ ਸਤਿਗੁਰੂ ਬਖਸ਼ਿਸ਼ ਭਰੇ ਬਚਨ ਕਰ ਰਹੇ ਨੇ ਕਿ ਜਿਨ ਉਪਾਈ ਮੇਦਨੀ ਸੋਈ ਸਾਰ ਕਰੇ। ਪੈਦਾ ਕਰਕੇ ਇਸ ਸ੍ਰਿਸ਼ਟੀ ਨੂੰ, ਧਰਤੀ ਨੂੰ, ਤੇ ਮਾਲਕ ਆਪ ਹੀ ਇਹਦੀ ਸਾਰ ਲੈ ਰਿਹਾ ਹੈ। ਇਹਦੇ ਮੁਤਲਕ ਅਕਸਰ ਬੇਨਤੀ ਕਰੀਦੀ ਵੀ ਇੱਕ ਬੜਾ ਵੱਡਾ ਮਨੁੱਖਤਾ ਵਿੱਚ, ਇਹਨੂੰ ਭਰਮ ਕਹਿ ਲਓ, ਭੁਲੇਖਾ ਕਹਿ ਲਓ,
ਔਰ ਉਹ ਭੁਲੇਖਾ ਦੂਸਰੇ ਕਿਸੇ ਹੋਰ ਧਰਮਾਂ ਵਾਲਿਆਂ ਦੇ ਮਨਾਂ 'ਤੇ ਛਾ ਜਾਏ ਤੇ ਗੱਲ ਵੱਖਰੀ ਹੈ। ਕਿਉਂ ਵੱਖਰੀ ਹੈ? ਕਿਉਂਕਿ ਉਹਨਾਂ ਦਾ ਧਰਮ ਇਸ ਗੱਲ ਨੂੰ ਕਹਿੰਦਾ ਹੈ ਵੀ ਇਹ ਹਸਤੀਆਂ ਨੇ ਇਹ ਕੁਝ ਪੈਦਾ ਕੀਤਾ ਹੈ। ਪਰ ਗੁਰਬਾਣੀ ਨੂੰ ਆਪਣਾ ਗੁਰੂ ਇਸ਼ਟ ਮੰਨਣ ਵਾਲੇ ਨੂੰ ਇਹ ਭੁਲੇਖਾ ਪੈ ਜਾਏ ਤੇ ਉਹਦੇ ਲਈ ਇਹ ਭੁਲੇਖਾ ਬੜਾ ਵੱਡਾ ਖਤਰਨਾਕ ਹੈ। ਇਉਂ ਕਹਿ ਲਓ ਜਾਂ ਬੜਾ ਵੱਡਾ ਨੁਕਸਾਨਦਾਇਕ ਹੈ। ਕਿਉਂ ਨੁਕਸਾਨਦਾਇਕ ਹੈ ਇਹ ਭੁਲੇਖਾ? ਇਸ ਕਰਕੇ ਕਿਉਂਕਿ ਗੁਰਬਾਣੀ ਇਸ਼ਟ ਗੁਰੂ ਸਾਡਾ ਇਹ ਭੁਲੇਖਾ ਇਹ ਵਹਿਮ ਦੂਰ ਕਰਦਾ ਹੈ। ਗੁਰਬਾਣੀ ਨੇ ਇਸ ਸਮੁੱਚੀ ਕਾਇਨਾਤ ਇਸ ਰਚਨਾ ਦੇ ਰਚਨਹਾਰੇ ਨੂੰ ਇਹ ਕਿਹਾ ਵੀ ਉਹ ਪ੍ਰਮਾਤਮਾ ਹੈ। ਤੇ ਗੁਰਬਾਣੀ ਨੇ ਇਹ ਨਹੀਂ ਕਿਹਾ ਵੀ ਇਸ ਸ੍ਰਿਸ਼ਟੀ ਨੂੰ ਮੇਦਨੀ ਨੂੰ ਸਾਜਣ ਵਾਲਾ ਤਾਂ ਪ੍ਰਮਾਤਮਾ ਹੈ ਤੇ ਸੰਭਾਲਣ ਵਾਲਾ ਕੋਈ ਦੂਜਾ ਤੀਜਾ ਹੋਰ ਹੈ। ਗੁਰਬਾਣੀ ਕਹਿੰਦੀ ਨਹੀਂ, ਆਪ ਹੀ ਪੈਦਾ ਕੀਤਾ ਹੈ ਤੇ ਆਪ ਹੀ ਸ੍ਰਿਸ਼ਟੀ ਨੂੰ ਸਾਜ ਕੇ ਉਹਦੀ ਮਾਲਕ ਪ੍ਰਮਾਤਮਾ ਸੰਭਾਲ ਕਰ ਰਿਹਾ ਹੈ, ਕੋਈ ਦੂਜਾ ਨਹੀਂ। ਤੇ ਗੁਰਬਾਣੀ ਤਾਂ ਇੱਥੋਂ ਤੱਕ ਸਾਨੂੰ ਸਮੱਤ ਸੋਝੀ ਬਖਸ਼ਦੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰੂ ਕਹਿ ਕੇ ਜਿਹੜੇ ਗੁਰੂ ਨੂੰ ਸੀਸ ਝੁਕਾਉਂਦੇ ਨੇ ਨਾ, ਗੁਰੂ ਉਹਨਾਂ ਨੂੰ ਇਹ ਸੋਝੀ ਬਖਸ਼ਦੇ ਨੇ, ਭਲਿਓ ਇੱਕ ਪ੍ਰਮਾਤਮਾ ਹੀ ਹੈ ਜਿਸ ਪ੍ਰਭੂ ਨੇ ਸ੍ਰਿਸ਼ਟੀ ਸਾਜੀ ਹੈ, ਜਿਹੜਾ ਸਾਜ ਕੇ ਜੀਵਾਂ ਦੀ ਸੰਭਾਲ ਕਰ ਰਿਹਾ ਹੈ ਤੇ ਸੰਭਾਲਣ ਤੋਂ ਬਾਅਦ ਅਖੀਰ ਨੂੰ ਉਹਨਾਂ ਦੇ ਪ੍ਰਾਣ ਲੈਣੇ ਨੇ। ਇਹਦੇ ਮੁਤਲਕ ਇੱਕ ਬਚਨ ਰੋਜ਼ਾਨਾ ਆਪ ਆਸਾ ਜੀ ਦੀ ਵਾਰ ਵਿੱਚ ਪੜ੍ਹਦੇ ਹੋ ਤੇ ਹਜ਼ੂਰ ਬਖਸ਼ਿਸ਼ ਭਰੇ ਬਚਨ ਸਾਨੂੰ ਇਹ ਸੋਝੀ ਬਖਸ਼ਦੇ ਨੇ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ। ਆਪੀ ਨੇ ਆਪ ਹੀ ਪ੍ਰਮਾਤਮਾ ਨੇ ਆ ਸਾਰਾ ਕੁਝ ਸਾਜਿਆ ਔਰ ਦੂਈ ਕੁਦਰਤ ਸਾਜੀਐ ਕਰ ਆਸਨ ਡਿਠੋ ਚਾਓ। ਦਾਤਾ ਦਾਤਾਂ ਦੇਣ ਵਾਲਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਵਿਚਾਰਧਾਰਾ, ਗੁਰਬਾਣੀ ਦੀ ਵਿਚਾਰਧਾਰਾ ਇਹ ਹੈ ਕਿ ਪ੍ਰਮਾਤਮਾ ਆਪ ਹੀ ਸਾਜਣ ਵਾਲਾ ਹੈ ਤੇ ਸਾਜ ਕੇ ਆਪ ਹੀ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ। ਪਰ ਦੂਜੇ ਪਾਸੇ ਕਿਹਾ ਗਿਆ ਹੈ ਬਈ ਸ੍ਰਿਸ਼ਟੀ ਨੂੰ ਸਾਜਣ ਵਾਲੇ ਬ੍ਰਹਮਾ ਨੇ ਤੇ ਨਾਲ ਸਾਜਣ ਵਾਲਾ ਬ੍ਰਹਮਾ ਹੈ ਤੇ ਜੀਵਾਂ ਦੀ ਰੋਜੀ ਰੋਟੀ ਜਿਹੜੀ ਦੀ ਉਹਦਾ ਪ੍ਰਬੰਧ ਕਰਨ ਵਾਲੇ ਇਹ ਵਿਸ਼ਨੂੰ ਜੀ, ਸੰਭਾਲਣ ਵਾਲੇ ਵਿਸ਼ਨੂੰ ਜੀ। ਤੇ ਜਿਹੜੇ ਅਖੀਰ ਤੇ ਮੌਤ ਜਿਹੜਾ ਹੈ ਨਾ ਮਾਰਨ ਵਾਲੇ, ਸੰਘਾਰਨ ਵਾਲੇ, ਉਹ ਸ਼ਿਵ ਨੂੰ ਸੌਂਪ ਦਿੱਤੀ ਕੈਟਾਗਰੀ ਵੀ ਇਹ ਉਹਨਾਂ ਦੀ ਹੈ। ਕਿਉਂਕਿ ਇੱਕ ਭੁਲੇਖਾ ਖੜਾ ਹੋ ਗਿਆ ਵੀ ਜਿਹੜਾ ਸਾਜਣ ਵਾਲਾ ਉਹ ਮਾਰ ਤਾਂ ਨਹੀਂ ਸਕਦਾ। ਇੱਥੋਂ ਹੀ ਅੱਗੇ ਨਾ ਮਨੁੱਖੀ ਬਿਰਤੀ ਨੇ ਰੱਬ ਦੀ ਉਸ ਹੋਂਦ ਨੂੰ ਨਕਾਰ ਕੇ ਤੇ ਆਪਣੀ ਦਿਮਾਗ ਦੀ ਕਾਢ ਨਾਲ ਸ੍ਰਿਸ਼ਟੀ ਦਾ ਰਚਨਹਾਰਾ ਕੋਈ ਬਣਾ ਲਿਆ ਤੇ ਫਿਰ ਸੋਚਿਆ ਵੀ ਜਿਹੜਾ ਸ੍ਰਿਸ਼ਟੀ ਸਾਜ ਸਕਦਾ ਉਹ ਹੁਣ ਜੀਵਾਂ ਨੂੰ ਪ੍ਰਸ਼ਾਦੇ, ਉਹਦੇ ਵਾਸਤੇ ਵਿਸ਼ਨੂੰ ਨੂੰ ਬਿਠਾ ਦਿੱਤਾ। ਤੇ ਫਿਰ ਮਨ ਵਿੱਚ ਇੱਕ ਭੁਲੇਖਾ ਰਹਿ ਗਿਆ ਵੀ ਜਿਹੜਾ ਪੈਦਾ ਕਰਨ ਵਾਲਾ ਉਹ ਮਾਰੇਗਾ ਥੋੜ੍ਹਾ, ਇਸ ਵਾਸਤੇ ਤੇ ਲਿਆ ਕੇ ਉੱਥੇ ਮਾਰਨ ਵਾਲੀ ਜਿਹੜੀ ਇਹ ਕੈਟਾਗਰੀ ਉਹ ਸ਼ਿਵ ਨੂੰ ਸੌਂਪ ਦਿੱਤੀ ਵੀ ਉਹਦਾ ਕੰਮ ਹੈ ਜੀਵਾਂ ਦਾ ਸੰਘਾਰ ਉਹ ਕਰਦਾ ਹੈ।
तो मैं बेनती की भी ये उन्हां दी विचारधारा हो सकती जिन्हां दा ये धर्म कहंदा है। मैं इस करके अर्ज कर रहा भी अज भुलेखे गुरबाणी नूं मत्था टेकण वालियां दे जेन विच भी ये पए होए जे, ते गुरबाणी तां भुलेखे कढदी। लो आ फैसला रोजाना आसा दी वार दा कीर्तन हुंदा है ते सतगुरु बचन करदे ने दाता दातां देण वाला, करता करन वाला, बनाउण वाला। दाता करता आप तू, उधर दाता होर जे, करता होर जे ते मारन वाला होर जे। उन्हां दी फिलोसफी ब्रह्मा विष्णु ते शिव ते खड़ी है, पर गुरु नानक साहब दा धर्म बड़ा न्यारा है। ये कहंदे नहीं, दाता करता आप तू, तुस देवै करैं पसाओ, तू जनोई सब सै। जनोई शब्द इथों ही जननी, जन्म देने वाला। मेरे मालक परमात्मा जी आ सारियां नूं जीवन देने वाले, जन्म देने वाले, पैदा करने वाले तुसी हो। तू जनोई सब सै। ते जे तुसी जनोई हो, जन्म तो दे लैसैं, दे के ना जिंद, पहला जन्म दे के जिंद दे, फिर दे लैसैं जिंद कवाओ। गुरु बाबा जी कहते ने भी इत्थे होर कोई नहीं है, इत्थे जिस मालक ने सानू बनाया है ना, जिंद दिती है, जिंद वाला ही मेरा मालक ना दे के जिंद ते फिर समा पा के इस शरीर विचों जिंद वापस ले लैंदा है। इस करके ये बड़ा वड्डा भुलेखा है। और खास करके गुरबाणी नूं गुरु मनण वालियां दे जीवन विच ये भुलेखा नहीं चाहिदा। क्यों नहीं चाहिदा? क्योंकि गुरबाणी ने इन्हां भुलेखिਆਂ नूं, बाणी नूं गुरु मनण वालियां दे जीवन विचों कढिया है। ते जे बाणी नूं गुरु मनण वालियां दे जीवन विच ये भुलेखा रहा, वो बड़ा खतरनाक है। वो सानू फिर ये देवी देवतियां दी पूजा, अवतार पूजा वाले पासे खिंच के लै जाएगा। तो गुरु कहंदा तैनू अवतार पूजा विच, देवी देवतियां दी पूजा विच नहीं, तैनू निरंकार दा उपासक बनाया है, अकाल पुरख दा पुजारी। तेरा सीधा संबंध उस अकाल पुरख नाल। तू छोटियां छोटियां एवें रब दी कुदरत दियां शक्तियां नूं वंड के उन्हां दी पूजा विच ना जुड़। तू पूजा करनी है ते अकाल पुरख दी। ये साडे सिद्धांत ने ना, पूजा अकाल की, परचा शब्द का, ते महाराज दीदार दीदार गुरु के खालसे दा। असीं अकाल पुरख दे पुजारी हां, ना कि किसी जम्मन मरन वाले इधरों उधरों। ये ताकत नहीं। सतगुरु बाणी विच कहंदे ने, दाता करता आप तू, तुस देवै करैं पसाओ, तू जनोई सब सै। जनोई शब्द हो समझियो, जन्म सारियां नूं साजन वाले, जन्म देने वाले मालक तुसी हो। तू जनोई सब सै, दे लैसैं, दे के ना जिंद, फिर लै ले, दे लैसैं जिंद कवाओ, कर आसन डिठो चाओ। एक होर बचन रोजाना आप बाणी विचों पढ़दे हो। हजूर कहंदे ने कि एक संसारी एक भंडारी।